हाँ जी दोस्तों, मैं ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮਖੂ ਤੁਹਾਡੇ ਨਾਲ ਥੋੜੇ ਸਮੇਂ ਦੇ ਵਿੱਚ ਮੈਂ ਵਿਚਾਰ ਕਰਨੀ ਚਾਹੁੰਦਾ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ। ਔਰ ਮੈਂ ਹੁਣੇ ਹੀ ਫੇਸਬੁੱਕ ਦੇ ਉੱਪਰ ਦੇਖਿਆ ਵੀ ਕਿਸੇ ਕਿਸਾਨ ਆਗੂ ਨੇ ਇੱਕ ਬਿਆਨ ਦਿੱਤਾ ਹੈ ਵੀ ਦੀਪ ਸਿੱਧੂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਏਗਾ। ਪਹਿਲੀ ਤੇ ਗੱਲ ਇਹ ਮੈਂ ਕਲੀਅਰ ਕਰ ਦਿਆਂ, ਸਟੇਜ ਕਿਸੇ ਦੇ ਪਿਓ ਦੀ ਨਹੀਂਗੀ ਵੀ ਕਿਸੇ ਪ੍ਰਕਾਰ ਦੀਆਂ ਸ਼ਰਤਾਂ ਰੱਖਣਗੇ। ਔਰ ਇਸ ਵੇਲੇ ਜਿਹੜੀਆਂ 31 ਜਾਂ 30 ਕਿਸਾਨ ਜਥੇਬੰਦੀਆਂ ਨੇ, ਪਹਿਲੀ ਗੱਲ ਤੇ ਮੈਂ ਸਤਿਕਾਰ ਕਰਦਾ ਮੈਂ ਉਹਨਾਂ ਦਾ। ਸ਼ੁਕਰ ਮਨਾਓ ਕਿ ਤੁਹਾਨੂੰ ਆਗੂ ਅਜੇ ਤੱਕ ਚੁਣਿਆ ਹੋਇਆ, ਨਹੀਂ ਤੇ ਇਹ ਲੋਕ ਲਹਿਰ ਬਣ ਚੁੱਕੀ ਹੈ। ਹਰ ਇੱਕ ਕਿਸਾਨ ਹੀ ਆਗੂ ਬਣਿਆ ਹੋਇਆ ਹੈ, ਹਰ ਇੱਕ ਕਿਸਾਨ ਹੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਪਿਆ ਤੇ ਅੱਗੇ ਆਏ ਹੋਏ ਨੇ। ਤੇ ਜਿਹੜਾ ਇਸ ਤਰੀਕੇ ਦੇ ਐਸੇ ਸਮੇਂ ਦੇ ਉੱਪਰ ਬਿਆਨ ਦੇਣੇ, ਇਹ ਸਰਕਾਰੀ ਬੋਲੀ ਬੋਲਣੀ ਬੰਦ ਕਰ ਦਿਓ। ਮੇਰੀ ਇੱਕ ਬੇਨਤੀ ਹੈ, ਲੋਕ ਲਹਿਰ ਹੈ, ਮਤ ਸੋਚੋ ਵੀ 30 31 ਦੇ ਅੰਡਰ ਰਹਿਣ ਵਾਲੀ ਹੈ। ਇਹ ਕਿਸੇ ਦੇ ਅੰਡਰ ਰਹਿਣ ਵਾਲੀ ਹੈ ਨਹੀਂ। ਹੁਣ ਲੋਕ ਲਹਿਰ ਬਣ ਚੁੱਕੀ ਹੈ। ਤੇ ਨਾਲੇ ਜੇ ਇਹ ਕਿਸਾਨ ਭਰਾ ਔਰ ਪੰਜਾਬ ਦੇ ਲੋਕ ਪੰਜਾਬ ਦੀ ਲੀਡਰਸ਼ਿਪ ਨੂੰ ਗੁੱਠੇ ਲਾ ਸਕਦੇ ਨੇ ਨਾ, ਤੇ ਆਪ ਅੱਗੇ ਚੱਲ ਸਕਦੇ ਨੇ। ਤੇ ਇਹ ਵੀ ਚੇਤਾ ਰੱਖ ਲਿਆ ਜੇ ਵੀ ਤੁਸੀਂ ਕੋਈ ਇਲੈਕਟਡ ਨਹੀਂ ਗਏ, ਵੀ ਕੋਈ ਇਲੈਕਸ਼ਨ ਨਾਲ ਨਹੀਂ ਜਿੱਤੇ ਹੋਏ। ਇਸ ਕਰਕੇ ਤੁਹਾਨੂੰ ਵੀ ਗੁੱਠੇ ਲਾਉਣਾ 1 ਸੈਕਿੰਡ ਦਾ ਕੰਮ ਹੈ। ਦੀਪ ਸਿੱਧੂ ਵੀਰ ਦਾ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ, ਨੌਜਵਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਦੀਪ ਸਿੱਧੂ ਦਾ ਟੋਟਲੀ ਸਮਰਥਨ ਕਰੋ। ਇੱਕੋ ਇੱਕ ਤੁਹਾਡੇ ਵਿੱਚ ਐਸਾ ਬੁਲਾਰਾ ਹੈ ਜਿਹੜਾ ਹਿੰਦੀ, ਪੰਜਾਬੀ, ਇੰਗਲਿਸ਼ ਦੇ ਵਿੱਚ ਟੋਟਲੀ ਗੱਲ ਕਰਦਾ ਹੈ ਔਰ ਨੈਸ਼ਨਲ ਮੀਡੀਆ ਦੇ ਲੈਵਲ ਦੀ ਗੱਲ ਕਰਦਾ ਹੈ। ਔਰ ਕਿਸੇ ਵੀ ਪ੍ਰਕਾਰ ਇਹਦੇ ਨਾਲ ਕਿਸੇ ਵੀ ਚੈਨਲ ਤੋਂ ਕੋਈ ਗੱਲ ਕਰਦਾ ਤਾਂ ਉਹਦਾ ਠੋਕ ਕੇ ਜਵਾਬ ਦਿੰਦਾ। ਤੇ ਜਿਹੜੇ ਲੋਕ ਇਸ ਵੇਲੇ ਸਟੇਜ ਦੇ ਉੱਪਰ ਆਪਣਾ ਨਿੱਜੀ ਕਬਜ਼ਾ ਰੱਖਣਾ ਚਾਹੁੰਦੇ ਨੇ, ਔਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ, ਪਹਿਲੀ ਗੱਲ ਤੇ ਮਾਹੌਲ ਹੈ ਨਹੀਂ ਇਹੋ ਜਿਹੀਆਂ ਗੱਲਾਂ ਕਰਨ ਦਾ, ਪਰ ਜਿਹੜਾ ਕਰਦਾ ਉਹਦਾ ਵਿਰੋਧ ਡਟ ਕੇ ਕਰੋ, ਉੱਥੇ ਹੀ ਕਰੋ ਉਹਦਾ ਵਿਰੋਧ। ਵੀ ਖਬਰਦਾਰ ਤੂੰ ਕਾਹਨੂੰ ਖਣਾ, ਤੇਰੇ ਪਿਓ ਦੀ ਸਟੇਜ ਲੱਗੀ ਹੈ। ਸੋ ਇਸ ਕਰਕੇ ਮੇਰੀ ਇੱਕ ਬੇਨਤੀ ਹੈ ਵੀ ਇਹ ਚੀਜ਼ਾਂ ਕਿਸਾਨ ਸੰਘਰਸ਼ ਨੂੰ ਤਾਰੋ ਪੀੜ ਕਰਨ ਵਾਲੀਆਂ ਸਰਕਾਰੀ ਸ਼ਹਿ ਦੇ ਉੱਪਰ ਕੁਝ ਬੰਦੇ ਕਰਦੇ ਪਏ ਨੇ। ਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਵੀ ਇਸ ਤਰੀਕੇ ਗੱਲ ਕਰਦਾ ਪਿਆ ਭਾਈ, ਉਹਨਾਂ ਨੂੰ ਨੱਥ ਪਾਓ। ਜੇ ਤੁਸੀਂ ਨਾ ਨੱਥ ਪਾਈ ਤੇ ਇਹ ਜਿਹੜੇ ਲੋਕ ਨੇ ਜਿਹੜੇ ਸੜਕਾਂ ਦੇ ਉੱਪਰ ਆਏ ਹੋਏ ਨੇ, ਹੁਣ ਜਿਹੜੇ ਬਾਪੂ ਸੜਕਾਂ ਦੇ ਉੱਪਰ ਆਏ ਨੇ ਸਵੇਰੇ ਸ਼ਾਮ ਨਿਤਨੇਮ ਕਰਨ ਵਾਲੇ, ਬਾਣੀਆਂ ਪੜਨ ਵਾਲੇ, ਉਹ ਕਿਹੜੀ ਜਥੇਬੰਦੀ ਦੇ ਵਿੱਚੋਂ ਨੇ? ਹੁਣ ਮੈਂ ਸਮਰਥਨ ਕਰਨ ਦੇ ਲਈ ਗਿਆ, ਮੈਨੂੰ ਦੱਸਿਆ ਜਾਂ ਮੈਂ ਕਿਹੜੀਆਂ 31 ਜਥੇਬੰਦੀਆਂ ਦੇ ਵਿੱਚੋਂ ਆਉਣਾ ਵਾ? ਮੇਰੇ ਤੇ ਕਿਹੜੇ ਦੀਪ ਸਿੱਧੂ ਦਾ ਠੱਪਾ ਲੱਗਾ? ਮੇਰੇ ਤੇ ਕੋਈ ਠੱਪਾ ਨਹੀਂ ਲੱਗਾ। ਅਸੀਂ ਆਪਣੀ ਮਨਮਰਜ਼ੀ ਦੇ ਨਾਲ ਗਏ ਆ, ਸਾਡੇ ਅੰਦਰ ਦਰਦ ਆਇਆ ਤੇ ਅਸੀਂ ਗਏ ਆ ਉੱਥੇ। ਇਸ ਕਰਕੇ ਸਾਰਿਆਂ ਦੇ ਉੱਪਰ ਆਪਣੇ ਠੱਪੇ ਨਾ ਲਾਓ। ਮੇਰੀ ਇੱਕ ਬੇਨਤੀ ਹੈ, ਕਿਸਾਨ ਸੰਘਰਸ਼ ਨੂੰ ਕਿਸਾਨ ਸੰਘਰਸ਼ ਹੀ ਰਹਿਣ ਦਿਓ, ਇਹਨੂੰ ਕੋਈ ਕਾਮਰੇਡ ਸੰਘਰਸ਼ ਬਣਾਉਣ ਦਾ ਯਤਨ ਨਾ ਕਰੋ। ਹਰਿਆਣੇ ਦਾ ਕਿਸਾਨ ਆ ਗਿਆ, ਯੂਪੀ ਦਾ ਕਿਸਾਨ ਆ ਗਿਆ, ਹੁਣ ਇਕੱਠ ਵੇਖ ਕੇ ਹੀ ਸੋਚਦੇ ਆ ਵੀ ਸਾਡੀ ਜਿਹੜੀ ਅਗਲੇ ਪਾਸੇ ਲੱਗਿਆ ਜਾਵੇ। ਸੋ ਮੇਰੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ, ਕਿਸਾਨ ਆਗੂਆਂ ਨੂੰ, ਵੀ ਜਿਹੜਾ ਵੀ ਤੁਹਾਡਾ ਬੰਦਾ ਇਸ ਤਰੀਕੇ ਦਾ ਬਿਆਨ ਆਪਣੀ ਮਨਮਰਜ਼ੀ ਨਾਲ ਦਿੰਦਾ ਹੈ, ਉਹਦਾ ਉੱਥੇ ਵਿਰੋਧ ਕਰੋ। ਜੇ ਕਿਸਾਨ ਜਥੇਬੰਦੀਆਂ ਨਹੀਂ ਵਿਰੋਧ ਕਰਦੀਆਂ ਤੇ ਜਿਹੜੇ ਇੱਥੇ ਸਾਡੇ ਲੱਖਾਂ ਨੌਜਵਾਨ ਗਏ ਹੋਏ ਨੇ, ਜਿਹੜਾ ਵੀ ਕੋਈ ਲੀਡਰ ਤੁਹਾਨੂੰ ਲੱਗਦਾ ਵੀ ਕਿਸੇ ਚੈਨਲ ਦੇ ਉੱਪਰ ਕਿਸੇ ਦੇ ਵਿਰੋਧ ਵਿੱਚ ਬਿਆਨ ਦਿੰਦਾ ਹੈ, ਉਹ ਉੱਥੇ ਹੀ ਮਿਲੇ, ਉਹਦਾ ਜਲੂਸ ਕੱਢੋ, ਹੱਥ ਨਾ ਚੁੱਕੋ, ਗੱਲੀ ਬਾਤੀ ਉਹਦਾ ਜਲੂਸ ਕੱਢੋ ਤੇ ਸਵਾਲ ਕਰੋ। ਸੋ ਮੇਰੀ ਇੱਕ ਬੇਨਤੀ ਹੈ, ਇਹ ਕੰਮ ਤੁਹਾਨੂੰ ਕਰਨਾ ਪੈਣਾ। ਦੀਪ ਸਿੱਧੂ ਵੀਰ ਦੇ ਨਾਲ ਹਾਂ, ਨਾਲ ਸੀ, ਨਾਲ ਰਵਾਂਗੇ। ਔਰ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂ, ਫਿਲਹਾਲ ਦੀ ਘੜੀ ਤੇ ਅਸੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਭਰੋਸਾ ਕਰਕੇ ਚੱਲੇ ਆ, ਪਰ ਹੁਣ ਜੇ ਇਸ ਤਰੀਕੇ ਦੇ ਬਿਆਨ ਦਿਓਗੇ, ਫਿਰ ਸਾਡੇ ਆਗੂ ਲੱਖਾ ਸਿਧਾਣਾ ਵੀਰ ਹੋਵੇਗਾ, ਦੀਪ ਸਿੱਧੂ ਹੋਵੇਗਾ, ਨਾਲ ਇਹਨਾਂ ਦੇ 3 ਹੋਰ ਪਾਏ ਜਾਣਗੇ, 5 ਪ੍ਰਧਾਨੀ ਹੋਵੇਗੀ, ਫਿਰ ਅਸੀਂ ਆਪਣਾ ਆਗੂ ਚੁਣ ਕੇ ਅੱਗੇ ਭੇਜਾਂਗੇ। ਹੱਦ ਹੋਈ ਪਈ ਹੈ। ਅਸੀਂ ਉਦੋਂ ਦਾ ਫੇਥ ਕਰਕੇ ਤੁਰੇ ਜਾਂਦੇ ਆ ਵੀ ਸਾਡੇ ਆਗੂ ਅੱਗੇ ਲੱਗੇ ਨੇ। ਜੇ ਆਗੂਆਂ ਨੇ ਇਹੋ ਜਿਹੇ ਬਿਆਨ ਦੇਣੇ ਨੇ, ਨੀਵੇਂ ਪਰਜੇ ਦੇ ਬਿਆਨ ਦੇਣੇ ਨੇ ਵੀ ਇਹਨੂੰ ਨਹੀਂ ਬੋਲਣ ਦਿੱਤਾ ਜਾਵੇਗਾ, ਉਹਨੂੰ ਨਹੀਂ ਬੋਲਣ ਦਿੱਤਾ ਜਾਵੇਗਾ, ਇਹ ਸਟੇਜ ਸਾਂਝੀ ਹੈ। ਤੁਸੀਂ ਇਹ ਸ਼ਰਤਾਂ ਰੱਖ ਸਕਦੇ ਹੋ ਵੀ ਕਿਸੇ ਪੋਲੀਟੀਕਲ ਬੰਦਾ ਜਿਹੜਾ ਆਏ ਉਹਨੂੰ ਨਹੀਂ ਬੋਲਣ ਦਿੱਤਾ ਜਾਏਗਾ, ਜਾਂ ਪੈਮਾਨੇ ਰੱਖੋ ਵੀ ਜਿਹੜੀ ਵੀ ਗੱਲ ਕਰਨੀ ਹੈ ਉਹ ਕਿਸਾਨ ਸੰਘਰਸ਼ ਦੇ ਇਰਦ ਗਿਰਦ ਗੱਲ ਕਰਨੀ ਹੈ। ਜਿਹੜੀ ਵੀ ਗੱਲ ਕਰਨੀ ਹੈ ਉਹ ਆਰਡੀਨੈਂਸ ਤੇ ਲਾਗੇ ਤੱਕ ਗੱਲ ਕਰਨੀ ਹੈ। ਸਟੇਜ ਤੇ ਮੋਬਾਈਲ ਫੋਨ, ਇਹ ਤਾਂ ਕੋਈ ਨਿਯਮ ਹੋਏ। ਇਹ ਕਿਹੜਾ ਨਿਯਮ ਹੋਇਆ? ਦੀਪ ਸਿੱਧੂ ਨਹੀਂ ਬੋਲੇਗਾ, ਕੱਲ ਨੂੰ ਤੁਸੀਂ ਕਹੋਗੇ ਲੱਖਾ ਸਿਧਾਣਾ ਨਹੀਂ ਬੋਲੇਗਾ, ਪਰਸੋਂ ਕਹੋਗੇ ਹਰਪ੍ਰੀਤ ਸਿੰਘ ਮਖੂ ਨਹੀਂ ਬੋਲੇਗਾ। ਇਸ ਤਰ੍ਹਾਂ ਦੀਆਂ ਸ਼ਰਤਾਂ ਨਾ ਲਾਓ। ਮੇਰੀ ਇੱਕ ਬੇਨਤੀ ਜੇ, ਨਹੀਂ ਤਾਂ ਕੰਮ ਤੁਹਾਡੇ ਤੋਂ ਬਾਹਰ ਹੋ ਜਾਣਾ ਜੇ। ਤੇ ਤੁਹਾਨੂੰ ਮੁੜ ਕੇ ਜਿਵੇਂ ਪੰਜਾਬ ਦੀ ਲੀਡਰਸ਼ਿਪ ਨੂੰ ਗੁੱਠੇ ਲਾਇਆ ਨਾ, ਤੇ ਤੁਹਾਨੂੰ ਵੀ ਇਸੇ ਪ੍ਰਕਾਰ ਗੁੱਠੇ ਲਾਇਆ ਜਾਣਾ। ਬੇਨਤੀ ਮੇਰੀ ਇਹ ਆ, ਦੀਪ ਸਿੱਧੂ ਵੀਰ ਨੂੰ ਜਿੱਥੇ ਵੀ ਹੈ ਨੌਜਵਾਨ ਭਰਾ ਉਹਦਾ ਡਟ ਕੇ ਸਮਰਥਨ ਕਰਨ। ਮੇਰੀ ਇੱਕ ਬੇਨਤੀ ਹੈ, ਦੀਪ ਸਿੱਧੂ ਵੀਰ ਦੇ ਨਾਲ, ਲੱਖੇ ਸਿਧਾਣੇ ਵੀਰ ਦੇ ਨਾਲ, ਜਿਹੜੇ ਦਿਨ ਰਾਤ ਆਪਣਾ ਘਰ-ਬਾਰ ਛੱਡ ਕੇ ਉੱਥੇ ਆਏ ਹੋਏ ਨੇ, ਇਹਨਾਂ ਦਾ ਸਮਰਥਨ ਕਰੋ। ਤੇ ਜਿਹੜੇ ਅਨੇਕ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਉਹਨਾਂ ਦੇ ਜਵਾਬ ਦੀਪ ਸਿੱਧੂ ਅੱਗੇ ਵੀ ਦੇ ਚੁੱਕਾ ਹੈ ਤੇ ਹੁਣ ਵੀ ਦਿੰਦਾ ਰਹੇਗਾ। ਪਰ ਮੇਰੀ ਇੱਕ ਬੇਨਤੀ ਹੈ, ਇਹ ਸਮਾਂ ਲੜਾਈਆਂ ਦਾ ਹੈ ਨਹੀਂ, ਇਹ ਸਮਾਂ ਦੂਸ਼ਣਬਾਜ਼ੀਆਂ ਦਾ ਹੈ ਨਹੀਂ। ਇਹ ਲੜਾਈ ਵੱਡੇ ਹੋ ਕੇ ਲੜੋ। ਔਰ ਮੇਰੀ ਇੱਕ ਬੇਨਤੀ ਹੈ, ਸਰਕਾਰ ਦੀਆਂ ਨੀਤੀਆਂ ਹੁੰਦੀਆਂ ਨੇ ਸਾਮ, ਦਾਮ, ਦੰਡ, ਭੇਦ। ਉਹ ਕਿਸੇ ਤਰੀਕੇ ਮੁੱਲ ਖਰੀਦਣ ਦਾ ਯਤਨ ਕਰਦੀ, ਅਹੁਦੇ ਦਿੰਦੀ ਹੈ।
ਤੇ ਕਿਸੇ ਤਰੀਕੇ ਮੈਂਟਲੀ ਟੌਰਚਰ ਕਰਦੀ ਹੈ, ਨਹੀਂ ਤੇ ਭੇਦ ਪਾਉਂਦੀ ਹੈ। ਹੁਣ ਸਰਕਾਰ ਆਈ ਹੈ ਭੇਦ ਦੀ ਨੀਤੀ ਦੇ ਉੱਪਰ, ਤੇ ਮੇਰੀ ਬੇਨਤੀ ਹੈ ਸਰਕਾਰ ਦੀਆਂ ਨੀਤੀਆਂ ਦਾ ਸ਼ਿਕਾਰ ਨਾ ਹੋ ਜਾਇਆ ਜੇ। ਔਰ ਕਿਸਾਨ ਭਰਾਵਾਂ ਨੂੰ, ਖਾਸ ਕਰਕੇ ਕਿਸਾਨ ਆਗੂਆਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਲੋਕ ਇਸ ਤਰੀਕੇ ਦੇ ਬਿਆਨ ਦਿੰਦੇ ਨੇ, ਜੇ ਇਸ ਤਰੀਕੇ ਦੇ ਬਿਆਨ ਦੇਣੇ ਨੇ, ਇਹਨਾਂ ਲੋਕਾਂ ਨੇ ਦੇਣੇ ਨੇ, ਤੇ ਫਿਰ ਸਾਡੀ ਬੇਨਤੀ ਹੈ, ਮੈਂ ਇੱਕ ਫਿਰ ਬੇਨਤੀ ਲੱਗਾ ਮੈਂ ਕਰਨਾ, ਫਿਰ ਅਸੀਂ ਇਹ ਬਿਆਨ ਦਿਆਂਗੇ ਵੀ ਸਾਡੇ 5 ਆਗੂ ਵੱਖਰੇ ਹੋਣਗੇ। ਫਿਲਹਾਲ ਦੀ ਘੜੀ ਅਸੀਂ ਕਿਸਾਨ ਜਥੇਬੰਦੀਆਂ ਨੂੰ ਅੱਗੇ ਲਾਇਆ ਹੋਇਆ, ਪਰ ਜੇ ਕਿਸਾਨ ਜਥੇਬੰਦੀਆਂ ਸਾਡੇ ਭਰਾਵਾਂ ਨੂੰ ਗੁੱਠੇ ਲਾਉਣਗੀਆਂ ਔਰ ਉਹਨਾਂ ਤੇ ਸ਼ਰਤਾਂ ਰੱਖਣਗੀਆਂ ਜਿਵੇਂ ਸਟੇਜ ਮੁੱਲ ਖਰੀਦੀ ਹੁੰਦੀ ਹੈ, ਤੇ ਫਿਰ ਅਸੀਂ ਸਿੱਧਾ ਐਲਾਨੀਆਂ ਗੱਲ ਕਹਿੰਦੇ ਆ, ਲੱਖਾ ਸਧਾਣਾ, ਦੀਪ ਸਿੱਧੂ ਅੱਗੇ ਲੱਗਣਗੇ, ਨਾਲ 3 ਜਣੇ ਹੋਰ ਪੈਣਗੇ, 5 ਮੈਂਬਰੀ ਕਮੇਟੀ ਹੋਵੇਗੀ, ਤੇ ਫਿਰ ਅਸੀਂ ਜਿਹੜੀ ਹੈ ਉਹ ਉੱਥੇ ਚੰਗੇ ਲੱਗਾਂਗੇ ਵੀ ਅਸੀਂ ਇੱਕ ਵੱਖਰੀ ਸਟੇਜ ਲਾਉਂਦੇ ਹੋਏ। ਥੋੜਾ ਬਹੁਤਾ ਆਪਾਂ ਸ਼ਰਮ ਨੂੰ ਹੱਥ ਮਾਰੀਏ। ਏਡੀ ਵੱਡੀ ਸੈਂਟਰ ਦੇ ਨਾਲ ਲੜਾਈ ਹੈ, ਤੁਸੀਂ ਆਪਸ ਦੇ ਵਿੱਚ ਭਿੜੀ ਤੁਰੇ ਜਾਂਦੇ ਹੋ। ਸੋ ਇਸ ਕਰਕੇ ਨੌਜਵਾਨ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਸਿਰਫ ਔਰ ਸਿਰਫ ਮੁੱਦਾ ਜਿਹੜਾ ਕਿਸਾਨੀ ਦਾ, ਉਹਦੇ ਇਰਦ ਗਿਰਦ ਦੀ ਗੱਲ ਕੀਤੀ ਜਾਵੇ। ਕੋਸ਼ਿਸ਼ ਕਰੋ ਵੀ ਇਸ ਵੇਲੇ ਕੋਈ ਆਪਸੀ ਭੇਦਭਾਵ ਹੈ, ਹਰਪ੍ਰੀਤ ਸਿੰਘ ਮਖੂ ਦੀ ਕਿਸੇ ਨਾਲ ਨਹੀਂ ਬਣਦੀ, ਲੜਾਈਆਂ ਲੜਨ ਦੀ ਬਜਾਏ ਉੱਥੇ ਮੈਂ ਸ਼ਾਂਤ ਹੋ ਜਾਵਾਂ, ਜੇ ਕਿਸੇ ਦੀ ਮੇਰੇ ਨਾਲ ਨਹੀਂ ਬਣਦੀ ਉਹ ਸ਼ਾਂਤ ਹੋ ਜਾਵੇ। ਇਹ ਸਮਾਂ ਇੱਕ ਇਸ ਤਰੀਕੇ ਦਾ ਹੈ। ਪਰ ਦੀਪ ਸਿੱਧੂ ਇੱਕ ਐਸਾ ਬੰਦਾ ਜਿਹੜਾ ਨੈਸ਼ਨਲ ਮੀਡੀਆ ਦੇ ਉੱਪਰ, ਇੰਟਰਨੈਸ਼ਨਲ ਮੀਡੀਆ ਦੇ ਉੱਪਰ ਤੁਹਾਡੀ ਗੱਲ, ਤੁਹਾਡੇ ਹੱਕਾਂ ਦੀ ਗੱਲ, ਗੁਰੂ ਨਾਨਕ ਇਨਕਲਾਬ ਦੀ ਗੱਲ ਜਿਹੜਾ ਠੋਕ ਵਜਾ ਕੇ ਕਰ ਸਕਦਾ ਹੈ ਔਰ ਤਸੱਲੀ ਨਾਲ ਕਰ ਸਕਦਾ। ਕੋਈ ਅੱਜ ਦਾ ਉਹਨੂੰ ਸੁਣਿਆ? ਕਈ ਮਹੀਨੇ ਹੋ ਗਏ ਨੇ ਉਸ ਬੰਦੇ ਨੂੰ ਸੁਣਦਿਆਂ ਹੋਇਆਂ। ਹੱਦ ਹੋਈ ਪਈ ਹੈ। ਦੀਪ ਸਿੱਧੂ ਸਟੇਜ ਤੇ ਨਹੀਂ ਚੜੇਗਾ, ਬੋਲਣ ਨਹੀਂ ਦਿੱਤਾ ਜਾਵੇਗਾ। ਜੇ ਦੀਪ ਸਿੱਧੂ ਦੇ ਅੱਗੇ ਅਸੀਂ ਆ ਕੇ ਮਾਈਕ ਕਰਾਂਗੇ, ਰੋਕ ਕੇ ਵੇਖ ਲੈ ਜਿੰਨੇ ਰੋਕਣਾ, ਫਿਰ ਬਦਮਾਸ਼ੀਆਂ ਨਹੀਂ ਚੱਲਣਗੀਆਂ। ਇਹ ਕਿਸਾਨ ਆਗੂਆਂ ਨੂੰ ਔਰ ਸਾਰੇ ਨੌਜਵਾਨ ਪੰਜਾਬ ਦੇ ਜਿੰਨੇ ਗਏ ਨੇ, ਜਿਹੜਾ ਆਗੂ ਇਹੋ ਜਿਹਾ ਬਿਆਨ ਦਿੰਦਾ ਹੈ ਉਹਦਾ ਫਿਰ ਜਲੂਸ ਕੱਢੋ ਦਬ ਕੇ। ਬੇਨਤੀ ਜੇ ਮੇਰੀ, ਹੁਣ ਇਹ ਬੇਨਤੀ ਮੇਰੀ ਪ੍ਰਮਾਣ ਕਰ ਲਿਆ ਜੇ। ਹੱਦ ਹੋਈ ਪਈ ਏ, ਕਦੀ ਕਿਸੇ ਮੂੰਹ ਚੁੱਕ ਕੇ ਬਿਆਨ ਦੇ ਦੇਣਾ। ਇਹੋ ਜਿਹੇ ਬਿਆਨ ਭਰਾਓ ਨਾ ਦਿਓ। ਫਿਲਹਾਲ ਦੀ ਘੜੀ ਅਸੀਂ ਤੁਹਾਡਾ ਸਮਰਥਨ ਕਰਦੇ ਪਏ ਆ। ਹੁਣ ਜਿਹੜੇ ਮੈਂ ਕਹਿੰਦਾ ਵੀ ਪਿੰਡਾਂ ਦੇ ਵਿੱਚੋਂ ਕਿਸਾਨ ਉੱਠ ਕੇ ਗਏ, ਯਾਰ ਉਹ ਤੇ ਕਿਹੜੀ ਜਥੇਬੰਦੀ ਦਾ ਠੱਪਾ ਲੱਗਾ? ਕਿਸੇ ਜਥੇਬੰਦੀ ਦਾ ਠੱਪਾ ਨਹੀਂ ਲੱਗਾ, ਉਹਨੂੰ ਦਰਦ ਆਇਆ, ਉੱਠ ਕੇ ਤੁਰ ਪਿਆ। ਹੁਣ ਮੈਂ ਤੁਹਾਡੇ 31 ਜਿਹੜੇ 30-31 ਜਥੇਬੰਦੀਆਂ, ਮੈਂ ਤੁਹਾਡੇ ਕਿਸੇ ਨੂੰ ਨਹੀਂ ਮਿਲਿਆ। ਹੁਣ ਮੈਂ ਦਿੱਲੀ ਦੀ ਧਰਤੀ ਦੇ ਉੱਪਰ ਚਲਾ ਗਿਆ। ਸੋ ਇਹ ਨਾ ਸਮਝੋ ਵੀ ਜਿਹੜੇ ਆਏ ਨੇ ਇਹ ਸਾਡੇ ਮਗਰ ਆਏ ਨੇ, ਸਾਡੀ ਅਗਵਾਈ ਦੇ ਵਿੱਚ ਚੱਲਣਗੇ। ਨਹੀਂ, ਇਸ ਤਰੀਕੇ ਦੀਆਂ ਗੱਲਾਂ ਨਾ ਕਰੋ। ਅਸੀਂ ਕੋਈ ਪਿੰਜਰੇ ਦੇ ਤੋਤੇ ਹੈ ਨਹੀਂ ਜਿਹੜੇ ਤੁਹਾਡੀ ਬੋਲੀ ਬੋਲਾਂਗੇ। ਹੱਕਾਂ ਦੀ ਤੁਸੀਂ ਗੱਲ ਕਰਦੇ ਹੋ, ਅੱਗੇ ਲਾਇਓ ਜਿੱਥੇ ਸਾਨੂੰ ਲੱਗੇਗਾ ਤੁਸੀਂ ਰਹੋਗੇ। ਜੇ ਅਸੀਂ ਪੰਜਾਬ ਦੀ ਲੀਡਰਸ਼ਿਪ ਨੂੰ ਦਰਕਨਾਰ ਕਰ ਸਕਦੇ ਹਾਂ ਤੇ ਤੁਸੀਂ ਚੁਣੇ ਨਹੀਂ ਹੋਏ, 1 ਸੈਕਿੰਡ ਦੇ ਵਿੱਚ ਤੁਹਾਨੂੰ ਵੀ ਪਾਸੇ ਕਰ ਦਿਆਂਗੇ। ਲੱਖਾ ਸਧਾਣਾ, ਦੀਪ ਸਿੱਧੂ ਸਾਡਾ ਆਗੂ ਹੋਏਗਾ। ਅਸੀਂ ਇਹਨਾਂ ਨੂੰ ਅੱਗੇ ਲਾਵਾਂਗੇ ਤੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਪਰ ਹੱਦ ਹੋ ਗਈ ਯਾਰ। ਇੱਥੇ ਮੈਂ ਦੇਸ਼ ਵਿਦੇਸ਼ ਦੇ ਵੀਰਾਂ ਨੂੰ ਬੇਨਤੀ ਕਰਾਂਗਾ, ਹੁਣ ਤੁਸੀਂ ਸੁਣ ਲਓ ਕੀ ਕਹਿੰਦੇ ਫਿਰਦੇ ਨੇ। ਇੱਕ ਕਿਸਾਨ ਆਗੂ ਦਾ ਬਿਆਨ ਆਇਆ, ਦੀਪ ਸਿੱਧੂ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਜਾਵੇਗਾ, ਇਹਨੂੰ ਮਾਈਕ ਤੇ ਨਹੀਂ ਬੋਲਣ ਦਿੱਤਾ ਜਾਵੇਗਾ, ਇਹਨੂੰ ਸਟੇਜ ਤੇ ਨਹੀਂ ਚੜਨ ਦਿੱਤਾ ਜਾਵੇਗਾ। ਤੇ ਜੇ ਫਿਰ ਦੀਪ ਸਿੱਧੂ ਵੀਰ ਨੇ ਉਹ ਤਾਂ ਸਟੇਜ ਲਾ ਲਈ, ਫਿਰ ਡਟ ਵੱਟ ਕੇ ਹੀ ਸਾਥ ਦੇਾਂਗੇ। ਪੰਜਾਬ ਤੋਂ ਨੌਜਵਾਨ ਲੈ ਕੇ ਚੱਲਾਂਗੇ। ਯਾਰ ਬੇਨਤੀ ਹੈ ਮੇਰੀ, ਨਾ ਕਰੋ ਇਹੋ ਜਿਹੇ ਬਿਆਨ, ਨਾ ਦਿਓ ਕਿਰਪਾ ਕਰਕੇ। ਜਿਹੜੇ ਆਗੂ ਇਹੋ ਜਿਹੇ ਬਿਆਨ ਦਿੰਦੇ ਨੇ ਉਹਨਾਂ ਦੀ ਜ਼ਬਾਨ ਨੂੰ ਲਗਾਮ ਪਾਓ। ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵਿਸ਼ੇਸ਼ ਤੌਰ ਤੇ, ਇਹ ਤੁਹਾਡਾ ਵੀ ਬੜਾ ਗਰਕ ਕਰਕੇ ਰੱਖ ਦੇਣਗੇ। ਤੇ ਚੇਤੇ ਰੱਖਿਆ ਜੇ, ਇਹ ਇਕੱਠ ਵੇਖ ਕੇ ਬਹੁਤੇ ਆਪਾਂ ਸਾਰੇ ਵੀਰੋ ਚੌੜੇ ਨਾ ਹੋਈਏ। ਜੇ ਕਿਤੇ ਕੋਈ ਕੌਮੀ ਨੁਕਸਾਨ ਹੋਇਆ ਤੇ ਇਹਨਾਂ ਆਗੂਆਂ ਨੂੰ ਭੁਗਤਣੇ ਪੈਣੇ ਨੇ, ਕਿਉਂਕਿ ਇਹਨਾਂ ਆਗੂਆਂ ਦੀ ਅਗਵਾਈ ਦੇ ਵਿੱਚ ਫਿਰ ਉੱਥੇ ਗਏ ਸੀ ਜਿਹੜੇ ਬਾਕੀ ਗਏ ਸੀ। ਜੇ ਫਿਰ ਇਸ ਪਾਸੇ ਆਉਣਾ ਜਿੱਤੇ, ਬੇਨਤੀ ਹੈ ਨਾ ਕਰੋ ਕਿਰਪਾ ਕਰਕੇ। ਆਪਾਂ ਰਲ ਮਿਲ ਕੇ ਸੰਘਰਸ਼ ਲੜੀਏ। ਸੈਂਟਰ ਸਰਕਾਰ ਨਾਲ ਯਾਰ ਤੁਹਾਡੀ ਟੱਕਰ ਹੋਈ ਪਈ ਹੈ ਤੇ ਤੁਸੀਂ ਆਪਸ ਦੇ ਵਿੱਚ ਉਲਝੇ ਫਿਰਦੇ ਹੋ। ਆਪਸੀ ਅਲਝਾਕ ਹੁਣ ਛੱਡੋ, ਨਿੱਜੀ ਮਤਭੇਦ ਛੱਡੋ। ਮੈਂ ਮੰਨਦਾ ਵਾਂ ਜਿਉਂਦੀਆਂ ਕੌਮਾਂ ਦੇ ਅੰਦਰ, ਜਿਉਂਦੇ ਸਮਾਜ ਦੇ ਵਿੱਚ ਮਤਭੇਦ ਹੁੰਦੇ ਨੇ, ਪਰ ਇਹ ਵਕਤ ਯਾਰ ਨਿੱਜੀ ਕਿਣਾ ਕੱਢਣ ਦਾ ਹੈ ਨਹੀਂ। ਇਸ ਕਰਕੇ ਬੇਨਤੀ ਹੈ ਮੇਰੀ, ਕੰਟਰੋਲ ਸਾਰੇ ਆਪਣੇ ਆਪ ਨੂੰ ਕਰੀਏ। ਇਹ ਤਾਂ ਮੈਨੂੰ ਦੁਖੀ ਹੋ ਕੇ ਗੱਲ ਕਹਿਣੀ ਪਈ ਵੀ ਦੀਪ ਸਿੱਧੂ ਵੀਰ ਕਿੰਨੇ ਦਿਨਾਂ ਦਾ ਮੋਰਚਾ ਲਾ ਕੇ ਸ਼ੰਭੂ ਬੈਠਾ ਹੈ, ਕਿੰਨੇ ਪਿੰਡਾਂ ਦੇ ਵਿੱਚ ਨੌਜਵਾਨ ਲਾਮਬੰਦ ਕੀਤੇ ਗਏ ਨੇ। ਤੇ ਜੇ ਇਹ ਕਿਸਾਨ ਵੀਰ ਕਹਿੰਦੇ ਵੀ ਸਾਡਾ ਉੱਥੇ ਸੀ ਪ੍ਰੋਗਰਾਮ ਲਿਖਿਆ, ਤਾਂ ਵੀ ਉਹ ਨਾਲ ਸਾਰੀ ਆਪਣੀ ਈਗੋ ਛੱਡ ਕੇ ਉੱਥੇ ਤੁਰ ਪਿਆ। ਹੋਰ ਯਾਰ ਕੀ ਕਰੇ ਉਹ? ਕੋਈ ਲੇਲਾ ਥੋੜਾ ਵੀ ਤੁਹਾਡੇ ਮਗਰ ਤੁਰਿਆ ਫਿਰੇ, ਜੋ ਤੁਸੀਂ ਕਹੋਗੇ ਤੁਹਾਡੀ ਬੋਲੀ ਬੋਲੀ ਜਾਵੇ। ਉਹਦੇ ਵੀ ਨਿੱਜੀ ਜਜ਼ਬਾਤ ਨੇ, ਉਹ ਆਪਣੀ ਗੱਲ ਕਰੇਗਾ। ਸੋ ਇਸ ਕਰਕੇ ਬੇਨਤੀ ਹੈ ਕਿਸਾਨ ਭਰਾ, ਜਿਹੜਾ ਵੀ ਇਸ ਤਰੀਕੇ ਦਾ ਆਗੂ ਬਿਆਨ ਦਿੰਦਾ ਹੈ, ਨੌਜਵਾਨ ਵੀਰ ਮੇਰੇ ਉੱਥੇ ਨੇ, ਬਕਾਇਦਾ ਉਹਨਾਂ ਨੂੰ ਲਾਈਵ ਕਰੋ, ਉਹਨਾਂ ਦੇ ਮੂੰਹ ਦੇ ਉੱਪਰ ਲਾ ਕੇ ਇਸੇ ਪ੍ਰਕਾਰ ਤੁਹਾਡੇ ਜੇਬ ਦੇ ਵਿੱਚ ਤੇ ਤੁਸੀਂ ਮੀਡੀਆ ਮੋਬਾਈਲ ਨੇ ਵੀ ਤੂੰ ਇਹ ਬਿਆਨ ਦਿੱਤਾ, ਕਿਉਂ ਦਿੱਤਾ, ਤੂੰ ਕਿਹਦੀ ਬੋਲੀ ਬੋਲਦਾ ਪਿਆ। ਇਸ ਤਰੀਕੇ ਦੇ ਕਰੋ ਫਿਰ ਕੰਮ। ਇਹ ਕਰਨ ਵਾਲੇ ਨੇ।